कि मेरे नाल इस पासे यूपी के किसान खड़े ने और इस पासे पंजाब तो आए किसान ने। सरकार चाहती है कि जो हाल है यूपी का हाल है वो पंजाब का हो जाए। सिर्फ कागजां 'ਚ कंडे लगे हुए आ, इत्थे ग्राउंड ते कोई खरीद नहीं हो। आ जिहड़ा झोना विक रिहा प्राइवेट विक रिहा। जो कि सरकार तो कहने 14 दिन गन्ने का पेमेंट मैं दूंगा, जितना आया सीगा उस दिन आश्वासन दिता सीगा। दसो अज तक 14 दिन 14 महीने हो गए, 14 महीने 14 साल हो जाएंगे। बिल्कुल जी, देखो पूरे पंजाब ਦੀ ਨਹੀਂ ਪੂਰੇ ਭਾਰਤ ਦੀ ਖੇਤੀ ਜਿਹੜੀ ਆ ਉਹ ਵਾਨੀਆਂ ਅਡਾਨੀਆਂ ਦੇ ਹੱਥ 'ਚ ਬਚਾਉਣਾ ਚਾਹੁੰਦੇ ਆ। ਕਿ ਗੰਨੇ ਦੀ ਪੇਮੈਂਟ 1 ਸਾਲ ਬੀਜਦੇ ਆ ਤੇ ਤੀਜੇ ਸਾਲ ਜਾ ਕੇ ਮਿਲ ਰਹੀ ਆ। ਇੱਕ ਪਰਚੀ ਦੀ ਪੇਮੈਂਟ ਜਦੋਂ 15-20 ਦਿਨ ਦੇ ਬਾਅਦ ਆਊਗੀ, ਕੀ ਉਹ ਬੈਂਕ ਦੇ ਪੈਸੇ ਦੇਊਗਾ, ਕੀ ਉਹ ਆਪਦਾ ਘਰ ਚਲਾਊਗਾ ਤੇ ਕੀ ਟਰੈਕਟਰ ਵਾਲੇ ਤੇਲ ਲਿਆਊਗਾ, ਕੀ ਕਾਸ਼ਤਕਾਰ ਕਰੂਗਾ। ਕਿ ਖੇਤਾਂ ਦੇ ਵਿੱਚ ਮੋਰਚੇ ਬਣਾਏ ਹੋਏ ਆ, ਉਹਦੇ ਉੱਪਰ ਕਿਸਾਨ ਬੈਠੇ ਹੋਏ ਆ। ਹੁਣ ਕਹਿੰਦੇ ਤਾਰ ਨੂੰ ਖੋਲੋ, ਜੇ ਜਾਨਵਰ ਪੱਟਰ ਹੋ ਗਿਆ ਤਾਂ ਉਹਦੇ ਤੇ ਜ਼ਿਮੀਂਦਾਰ ਉਹਦੇ ਤੇ ਪਰਚਾ ਕਰਿਆ ਜਾਊਗਾ। ਦੱਸੋ ਵੀ ਹੁਣ ਤਾਂ ਅਸੀਂ ਤਾਰ ਨਾ ਲਾਈਏ ਤਾਂ ਕੀ ਕਰੀਏ, ਕਿੱਦਾਂ ਬਚਾਵਾਂਗੇ। ਉਹ ਇਹਨਾਂ ਦੀ ਜਿਹੜੇ ਆਪਣੇ ਬਣਾਏ ਆ ਗਊਸ਼ਾਲਾ, ਉੱਥੇ ਕਿੰਨਾ ਕੋਈ ਬੰਦਾ ਨਹੀਂ ਹੈਗਾ, ਕੋਈ ਚਾਰਾ ਪੱਠਾ ਨਹੀਂ ਹੈਗਾ, ਡੰਗਰ ਰਹਿਣਗੇ ਤਾਂ ਕਾਹਦੇ ਨਾਲ ਰਹਿਣਗੇ, ਭੁੱਖੇ ਮਰ ਜਾਓ, ਫੇਰ ਰਾਤ ਨੂੰ ਖੋਲ ਦਿੰਦੇ ਆ। देश के अंदर खेती कानूनों ਨੂੰ ਰੱਦ ਕਰਵਾਉਣ ਦੀ ਲੜਾਈ ਲੜੀ ਜਾ ਰਹੀ ਹੈ ਤੇ ਐਮਐਸਪੀ ਦੀ ਗਾਰੰਟੀ ਲੈਣ ਦੇ ਲਈ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਕਤ ਅਸੀਂ ਖੜੇ ਹਾਂ यूपी ਦੇ ਪਲੀਆ ਇਲਾਕੇ ਦੇ ਅੰਦਰ ਔਰ ਅਨਾਜ ਮੰਡੀ ਦਾ ਜਾਇਜ਼ਾ ਲੈਣ ਪਹੁੰਚੇ ਹਾਂ ਗਰਾਊਂਡ ਜ਼ੀਰੋ ਤੋਂ। ਰਿਪੋਰਟ ਵਿੱਚ ਦਿਖਾਵਾਂਗੇ ਕਿ ਇੱਥੋਂ ਦੀਆਂ यूपी ਦੀਆਂ ਮੰਡੀਆਂ ਦਾ ਕੀ ਹਾਲ ਹੈ। ਇਹ ਹੈ ਅਨਾਜ ਮੰਡੀ यूपी ਦੇ ਪਲੀਆ ਇਲਾਕੇ ਦੀ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਕਿਸਾਨਾਂ ਨੂੰ ਮੁਸ਼ਕਲਾਂ ਕਿਹੜੀਆਂ ਆਉਂਦੀਆਂ ਨੇ ਉਹ ਸਵਾਲ ਲਏ ਜਾਣ। ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਵੀ ਗੱਲ ਕਰਾਂਗੇ ਕਿਉਂਕਿ ਸਾਡੇ ਨਾਲ ਇਸ ਮੰਡੀ ਦੇ ਅੰਦਰ ਇੱਕ ਪਾਸੇ ਪੰਜਾਬ ਦੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਮਿਲਦਾ ਹੈ, ਘੱਟੋ ਘੱਟ ਝੋਨੇ ਜਾਂ ਕਣਕ ਦੇ ਉੱਤੇ, ਹਾਲਾਂਕਿ ਬਾਕੀ ਫਸਲਾਂ ਤੇ ਨਹੀਂ ਮਿਲਦਾ। ਦੂਜੇ ਪਾਸੇ ਇਸ ਪਾਸੇ यूपी ਦੇ ਕਿਸਾਨ ਵੀ ਹੋਣਗੇ ਜਿਨ੍ਹਾਂ ਤੋਂ ਇਹ ਜਾਣਾਂਗੇ ਕਿ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕੀ ਕਰਨਾ ਪੈਂਦਾ, ਕਿਉਂਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਜੋ ਕੁਝ ਐਮਐਸਪੀ ਚੱਲਦਾ ਰਿਹਾ ਹੈ ਉਹ ਦਿੰਦੇ ਰਹਾਂਗੇ, ਪਰ यूपी ਦੀ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਹੁੰਦੀ ਹੈ ਜਾਂ ਪ੍ਰਾਈਵੇਟ ਮੰਡੀਆਂ ਦੀ ਲੁੱਟ ਜਾਰੀ ਹੈ। ਇਹ ਸਾਰੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਇਸ ਪਾਸੇ यूपी ਦੇ ਕਿਸਾਨ ਖੜੇ ਨੇ ਔਰ ਇਸ ਪਾਸੇ ਪੰਜਾਬ ਤੋਂ ਆਏ ਕਿਸਾਨ ਨੇ, ਕਿਉਂਕਿ ਲਖੀਮਪੁਰ ਦੇ ਅੰਦਰ ਇੱਕ ਵੱਡੀ ਘਟਨਾ ਵਾਪਰਦੀ ਹੈ, ਕਤਲ ਕਰ ਦਿੱਤੇ ਜਾਂਦੇ ਨੇ ਕਿਸਾਨ, ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੁੰਦੇ ਨੇ ਕਿਸਾਨ, ਜਾਨਾਂ ਕੁਰਬਾਨ ਕਰਨੀਆਂ ਪੈਂਦੀਆਂ ਨੇ। ਤਾਂ ਇਹ ਜਾਨਾਂ ਨਾ ਜਾਣ, ਸ਼ਹਾਦਤਾਂ ਹੋਰ ਨਾ ਹੋਣ, ਉਸ ਤੋਂ ਪਹਿਲਾਂ ਹੀ ਸਰਕਾਰ ਇਹਨਾਂ ਦੀਆਂ ਗੱਲਾਂ ਕਿਉਂ ਨਹੀਂ ਸੁਣਦੀ। ਸਭ ਤੋਂ ਪਹਿਲਾਂ ਅਸੀਂ यूपी ਦੇ ਕਿਸਾਨਾਂ ਦੇ ਨਾਲ ਗੱਲ ਕਰਦੇ ਹਾਂ, ਫਿਰ ਇਸੇ ਹੀ ਸਵਾਲਾਂ ਦੇ ਮੱਦੇਨਜ਼ਰ ਪੰਜਾਬ ਦੇ ਕਿਸਾਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਮੈਂ ਬਾਈ ਜੀ ਤੁਹਾਡੇ ਕੋਲੇ ਆਉਣਾ, ਇਸ ਮੰਡੀ ਦੇ ਅੰਦਰ यूपी ਦੇ ਅੰਦਰ ਤੁਹਾਨੂੰ ਐਮਐਸਪੀ ਸਰਕਾਰੀ ਖਰੀਦ ਮਿਲਦੀ ਹੈ ਫਸਲਾਂ ਦੀ ਜਾਂ ਨਹੀਂ ਮਿਲਦੀ? ਨਹੀਂ, ਬਿਲਕੁਲ ਨਹੀਂ ਜੀ, ਬਹੁਤ ਬੁਰਾ ਹਾਲ ਹੈ ਇੱਥੇ ਤਾਂ। 1 ਤਰੀਕ ਤੋਂ ਕੰਡੇ ਲੱਗੇ ਹੋਏ ਆ, ਹਾਲੇ ਤੱਕ ਕੋਈ ਖਰੀਦ ਨਹੀਂ ਸਟਾਰਟ ਹੋਈ ਇੱਥੇ। ਸਿਰਫ ਕਾਗਜ਼ਾਂ 'ਚ ਕੰਡੇ ਲੱਗੇ ਹੋਏ ਆ, ਇੱਥੇ ਗਰਾਊਂਡ ਤੇ ਕੋਈ ਖਰੀਦ ਨਹੀਂ ਹੋ। ਆ ਜਿਹੜਾ ਝੋਨਾ ਵਿਕ ਰਿਹਾ ਪ੍ਰਾਈਵੇਟ ਵਿਕ ਰਿਹਾ, 1100-1200 ਰੁਪਏ ਰੇਟ ਮਿਲ ਰਿਹਾ, ਕੋਈ ਐਮਐਸਪੀ ਨਹੀਂ, ਕੋਈ ਕੁਛ ਨਹੀਂ, ਸਿਰਫ ਆਸ਼ਵਾਸਨ ਦਿੱਤੇ ਜਾ ਰਹੇ ਆ, ਬਸ ਹੋਰ ਕੁਛ ਨਹੀਂ ਗਾ। ਬਾਈ ਜੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿਉਂਕਿ ਕਮਾਦ ਵੀ ਬਹੁਤ ਜ਼ਿਆਦਾ ਹੁੰਦਾ ਜਿਹੜੇ ਇਲਾਕੇ 'ਚ ਆਪਾਂ ਖੜੇ ਆ यूपी ਦੇ, ਇੱਥੇ ਲਖੀਮਪੁਰ ਜ਼ਿਲ੍ਹੇ ਦੇ ਅੰਦਰ ਖਾਸ ਕਰਕੇ ਗੱਲ ਕਰੀਏ ਤਾਂ ਇੱਕ ਪਾਸੇ ਝੋਨੇ ਤੇ ਕਣਕ ਦੇ ਰੇਟ ਦੀ ਗੱਲ ਕਹੀਏ ਕਿ ਮਿਲਦੇ ਨਹੀਂ ਆ ਸਰਕਾਰੀ ਰੇਟ, ਭਾਵੇਂ ਤੈਅ ਕੀਤੇ ਹੋਏ ਆ ਪਰ ਮਿਲਦੇ ਨਹੀਂ, ਸਰਕਾਰੀ ਖਰੀਦ ਨਹੀਂ ਹੋਣੀ ਤਾਂ ਫਸਲ ਕਿਵੇਂ ਵਿਕੇਗੀ। ਗੰਨੇ ਦਾ ਮੁੱਲ ਮਿਲਦਾ ਨਾ ਜੀ, ਗੰਨੇ ਦਾ ਮੁੱਲ ਤਾਂ ਬਿਲਕੁਲ ਨਹੀਂ ਮਿਲ ਰਿਹਾ। ਜਿਹੜਾ ਪਿਛਲੇ ਸਾਲ ਸਾਡਾ ਗੰਨਾ ਤੁਲਿਆ ਸੀਗਾ ਉਹਦਾ ਇਹਨਾਂ ਨੇ ਕੁੱਲ 25-30 ਦਿਨ ਦਾ ਪੇਮੈਂਟ ਕੀਤਾ ਤੇ ਪਿਛਲਾ ਹੁਣ ਜਿਸ ਤਰ੍ਹਾਂ ਪਿਛਲੇ ਦਸੰਬਰ ਦੀ ਗੱਲ ਕਰਾਂ, ਪਿਛਲੇ ਖਾਲੀ 10 ਦਸੰਬਰ ਤੱਕ ਦਾ ਪੇਮੈਂਟ ਆਇਆ, ਪੂਰਾ ਸੀਜ਼ਨ ਸਾਡਾ ਬਾਕੀ ਪਿਆ ਆ ਤੇ ਇਸ ਕਰਕੇ ਦੁਬਾਰਾ ਨਵਾਂ ਸੀਜ਼ਨ ਸ਼ੁਰੂ ਹੋਣ ਲੱਗਾ ਆ ਤੇ ਪਿਛਲੇ ਸੀਜ਼ਨ ਸਾਨੂੰ ਪੇਮੈਂਟ ਨਹੀਂ ਮਿਲਣੀ ਆ, ਨਵਾਂ ਸੀਜ਼ਨ ਨੇ ਫਿਰ ਸਾਡੇ ਤੋਂ ਗੰਨਾ ਲੈ ਲੈਣਾ ਸਾਰਾ ਤੇ ਉਹਦੀ ਪੇਮੈਂਟ ਤਾਂ ਇਹਨਾਂ ਨੇ ਬਿਲਕੁਲ ਨਹੀਂ ਸਾਨੂੰ ਦੇਣੀ। ਠੀਕ ਨਹੀਂ, ਅਸੀਂ ਸਾਰਾ ਕੁਝ ਕਰ ਰਹੇ ਆ ਤੇ ਜਿੰਨੇ ਕਿਸਾਨ ਸਾਡੇ ਨਾਲ ਖੜੇ ਕਿਸਾਨ ਭਰਾ ਜਿੰਨੇ ਵੀ ਹੈਗੇ ਆ, ਪਰ ਇਹ ਸਾਨੂੰ ਪੇਮੈਂਟ ਨਹੀਂ, ਅੱਗੇ ਤੋਂ ਅੱਗੇ ਆਸ਼ਵਾਸਨ ਦਿੰਦੇ ਰਹਿੰਦੇ ਆ ਕਿ ਤੁਸੀਂ 10 ਦਿਨ ਬਾਅਦ ਰੁਕੋ, 15 ਦਿਨ ਰੁਕੋ, ਤੁਹਾਡਾ ਪੇਮੈਂਟ ਜਿੰਨਾ ਹੈਗਾ ਅਸੀਂ ਕਰਵਾ ਰਹੇ ਆ, ਪਰ ਇਸ ਹਾਲੇ ਤੱਕ ਸਾਡਾ ਕੋਈ ਪੇਮੈਂਟ ਨਹੀਂ ਹੋ ਰਿਹਾ, ਕੋਈ ਕੁਝ ਨਹੀਂ ਮਿਲ ਰਿਹਾ। ਇਹੀ ਕਾਰਨ ਹੈ ਕਿ ਕਿਸਾਨਾਂ ਦੇ ਉੱਤੇ ਕਰਜ਼ੇ ਦੀ ਭੰਡ ਭਾਰੀ ਹੋ ਜਾਂਦੀ ਹੈ, ਪਿਛਲੇ ਖਰਚੇ ਪੂਰੇ ਨਹੀਂ ਹੁੰਦੇ, ਅਗਲਾ ਮੁੱਲ ਨਹੀਂ ਮਿਲਦਾ। ਲੋ ਜੀ, ਕਿਸਾਨਾਂ ਦੇ ਕਰਜ਼ੇ ਦੀ ਗੱਲ ਤਾਂ ਇਹ ਆ ਕਿ ਕਰਜ਼ਾ ਜਿਹੜਾ KCC ਕਿਸਾਨਾਂ ਨੇ ਚੱਕੀ ਹੋਏ ਆ ਉਹ ਦੁੱਗਣੇ ਤਿੱਗਣੇ ਹੋ ਚੁੱਕੇ ਆ, ਕਿਉਂਕਿ ਦੁੱਗਣੇ ਤਿੱਗਣੇ ਇਸ ਕਰਕੇ ਹੋ ਚੁੱਕੇ, ਗੰਨੇ ਦੀ ਪੇਮੈਂਟ 1 ਸਾਲ ਬੀਜਦੇ ਆ ਤੇ ਤੀਜੇ ਸਾਲ ਜਾ ਕੇ ਮਿਲ ਰਹੀ ਆ। ਅਗਰ ਉਹੀ ਸਾਡਾ ਟਾਈਮ ਨਾਲ ਸਾਡਾ ਪੈਸਾ ਮਿਲੇ ਗੰਨੇ ਦਾ ਤੇ ਸਾਡੇ KCC ਜਿੰਨੇ ਜਿਹੜੇ ਖਾਤੇ ਚੱਲਦੇ ਆ ਉਹ ਸਾਰੇ ਆਟੋਮੈਟਿਕ ਸਾਡਾ ਪੈਸਾ ਜਮ੍ਹਾਂ ਹੁੰਦਾ ਰਹੇ। ਕਿਸਾਨ ਦਿਨੋਂ ਦਿਨ ਕਿਸਾਨ ਉਹਦੇ ਕਰਜ਼ੇ ਦੇ ਬੋਝ ਥੱਲੇ ਆ ਰਿਹਾ ਆ ਤੇ ਪਰ ਸਰਕਾਰਾਂ ਕੁਝ ਨਹੀਂ ਦੇਖ ਰਹੀਆਂ, ਨਾ ਧਾਨ ਦੇਖ ਰਹੇ ਆ, ਨਾ ਕਣਕ ਸਾਡੀ ਵਿਕ ਰਹੀ ਆ ਤੇ ਜਿਹੜਾ ਗੰਨਾ ਵੇਚਿਆ ਹੋਇਆ ਉਹਦਾ ਸਾਨੂੰ ਪੈਸਾ ਨਹੀਂ ਮਿਲ ਰਿਹਾ।
ਤਾਂ ਗੰਨੇ ਦੀ ਖਰੀਦ ਦੀ ਗੱਲ ਕਰੀਏ ਤੇ ਚਾਹੇ ਹੋਵੇ ਕੋਈ ਹੋਰ ਅਨਾਜ ਦੀ, ਖਾਸ ਕਰਕੇ ਝੋਨੇ ਦਾ ਸੀਜ਼ਨ ਚੱਲ ਰਿਹਾ, ਵਿਕਰੀ ਸ਼ੁਰੂ ਹੈ, ਆਮਦ ਹੋ ਚੁੱਕੀ ਹੈ ਮੰਡੀਆਂ ਦੇ ਅੰਦਰ। ਮੈਂ ਤੁਹਾਡੇ ਤੋਂ ਜਾਨਣਾ ਚਾਹਣਾ, ਯੂਪੀ ਦੇ ਅੰਦਰ ਕਿਸਾਨੀ ਕਰਦਿਆਂ ਨੂੰ, ਖੇਤੀਬਾੜੀ ਕਰਦਿਆਂ ਨੂੰ ਸਾਲ ਕਿੰਨੇ ਹੋ ਗਏ? ਸਾਨੂੰ 40 ਸਾਲ ਹੋ ਗਏ ਇੱਥੇ ਆਏ ਨੂੰ। 40 ਸਾਲ ਤੋਂ ਇਹੀ ਇੱਥੇ ਦਾ ਹੈਗਾ ਹੈ ਕਿ ਇੱਥੇ ਸਰਕਾਰ ਨੇ ਕਦੀ ਵੀ ਇੱਕ ਕਣਕ ਤਾਂ ਜ਼ਰੂਰ ਲੈ ਲੈਂਦੀ ਹੈ, ਕਦੀ ਕਦੀ, ਹਰ ਵਾਰੀ ਨਹੀਂ, ਤੇ ਉਹਦੀ ਖਰੀਦ ਹੁੰਦੀ ਹੈ ਕਿਉਂਕਿ ਉਹ ਵੀ ਸੁੱਕਾ ਮਾਲ ਹੁੰਦਾ ਹੈ ਤੇ ਸਰਕਾਰ ਨੂੰ ਲੋੜ ਹੁੰਦੀ ਹੈ, ਇਸ ਕਰਕੇ। ਬਾਕੀ ਧਾਨ ਤਾਂ ਕਦੀ ਵੀ ਇਹਨਾਂ ਨੇ ਨਹੀਂ ਲਿਆ। ਸਾਨੂੰ ਧਾਨ ਇਦਾਂ ਹੀ ਇਹੀ 1000 1100 1200 ਦੇਣਾ ਪੈਂਦਾ। ਤੇ ਹੀ ਆਉਣਾ। ਮੁੱਲ ਦੀ ਗੱਲ ਕਰਾਂ, ਘੱਟੋ ਘੱਟ ਮੁੱਲ ਕਿੰਨਾ ਮਿਲਦਾ, ਵੱਧ ਤੋਂ ਵੱਧ ਕਿੰਨਾ ਮਿਲਿਆ? ਬਸ 1000 ਰੁਪਇਆ ਤਾਂ 1000 ਤੋਂ 1200 ਰੁਪਇਆ ਤੱਕ ਬਸ ਕੁਆਂਟਲ ਪ੍ਰਤੀ ਕੁਆਂਟਲ ਇਹ ਧਾਨ ਦਾ ਰੇਟ ਰਹਿੰਦਾ ਹੈ। ਜਦ ਕਿ ਸੱਠਾ ਧਾਨ ਵੀ ਜਿਹੜਾ 900 800 900 ਨੂੰ ਇੱਥੇ ਵਿਕਦਾ ਹੈ। ਤੇ ਖੜੀਆਂ ਫਸਲਾਂ ਦੀ ਗੱਲ ਕਰੀਏ, ਕਿਉਂਕਿ ਸਾਡੀ ਇੱਥੋਂ ਦੇ ਆੜਤੀਆਂ ਨਾਲ ਜਦੋਂ ਗੱਲ ਹੋਈ, ਕਹਿੰਦੇ ਜਦੋਂ ਮੋਇਸਚਰ ਜ਼ਿਆਦਾ ਹੁੰਦਾ ਹੈ, ਗਿੱਲੀ ਫਸਲ ਵੀ ਕਿਸਾਨ ਲੈ ਆਉਂਦੇ ਆ ਕਈ ਵਾਰੀ, ਤਾਂ ਖੜੀਆਂ ਫਸਲਾਂ ਦਾ ਰੇਟ ਵੀ ਲੱਗਦਾ ਹੈ ਇੱਥੇ ਯੂਪੀ ਦੇ ਅੰਦਰ। ਖੜੀ ਫਸਲ ਦਾ ਕੋਈ ਰੇਟ ਨਹੀਂ ਲਾਉਂਦਾ, ਇਹ ਤਾਂ ਖਾਲੀ ਕਹਿਣ ਦੀਆਂ ਗੱਲਾਂ ਹੈ। ਕੋਈ ਕਿਸੇ ਨੇ, ਪਹਿਲੀ ਗੱਲ ਤਾਂ ਜ਼ਿਆਦਾ ਸਾਡੇ ਤੇ ਇਹ ਗੰਨੇ ਦਾ ਤੇ ਧਾਨ ਦਾ, ਇਹ ਕਣਕ ਦਾ, ਦੋ ਹੀ ਚੀਜ਼ਾਂ ਦਾ ਜ਼ਿਆਦਾ ਉਹ ਹੈਗਾ। ਔਰ ਗੰਨੇ ਦਾ ਤੁਸੀਂ ਦੇਖ ਲਓ, ਗੰਨੇ ਦਾ ਅਜੇ ਕਿਨਾ ਇਹਨਾਂ ਨੇ 10 ਦਸੰਬਰ ਦਾ ਪੈਸਾ ਪਿਛਲੇ ਸਾਲ ਦਾ ਦਿੱਤਾ ਹੈ। ਬਜਾਜ ਦੀਆਂ ਇੱਥੇ 17 ਮਿੱਲਾਂ ਹੈ, ਡਿਸਟ੍ਰਿਕਟ ਲਖੀਮਪੁਰ ਚ 7 ਮਿੱਲਾਂ ਹੈ ਇਹਨਾਂ ਦੀਆਂ। ਕਿਸੇ ਵੀ ਮਿਲ ਨੇ ਅਜੇ ਤੱਕ ਇਹੀ 15-20 ਦਿਨ ਦਾ ਪੇਮੈਂਟ ਦਿੱਤਾ ਹੈ। ਇੱਕ ਪਰਚੀ ਦੀ ਪੇਮੈਂਟ ਜਦੋਂ 15-20 ਦਿਨ ਦੇ ਬਾਅਦ ਆਊਗੀ, ਕੀ ਉਹ ਬੈਂਕ ਦੇ ਪੈਸੇ ਦੇਊਗਾ, ਕੀ ਉਹ ਆਪਦਾ ਘਰ ਚਲਾਊਗਾ, ਤੇ ਕੀ ਟਰੈਕਟਰ ਵਾਸਤੇ ਤੇਲ ਲਿਆਊਗਾ, ਕੀ ਕਾਸ਼ਤਕਾਰ ਕਰੂਗਾ? ਹੈ ਇੱਕ ਪਰਚੀ ਦੀ ਕੀਮਤ ਹੈ ਸਿਰਫ 20000 ਰੁਪਇਆ। 20000 ਰੁਪਇਆ ਇੱਕ ਮਹੀਨੇ ਬਾਅਦ ਮਿਲੂਗਾ ਤਾਂ ਦੱਸੋ ਕੀ ਕਰੂਗਾ ਉਹ? ਉਹ ਬਿੱਲ ਦੇਊਗਾ ਕਿ ਬੈਂਕ ਨੂੰ ਦੇਊਗਾ ਕਿ ਘਰ ਦਾ ਸਾਰੂਗਾ, ਕੀ ਕਰੂਗਾ? ਕਿੱਥੋਂ ਵਿਆਹ ਸ਼ਾਦੀ ਕਰੂਗਾ, ਕਿੱਥੋਂ ਆਪਦਾ ਘਰ ਬਣਾਊਗਾ? ਭੁੱਖੇ ਮਰੂਗਾ ਨਾ ਤਾਂ ਹੋਰ ਕੀ ਕਰੂਗਾ? ਕਾਸ਼ਤਕਾਰ ਦਾ ਇਹ ਹਾਲ ਹੈ ਇੱਥੇ ਦਾ। ਮੇਰਾ ਇੱਕ ਹੋਰ ਸਵਾਲ ਹੈ, 3 ਖੇਤੀ ਕਾਨੂੰਨਾਂ ਦੀ ਰੱਦ ਕਰਾਉਣ ਦੀ ਲੜਾਈ ਲੜੀ ਜਾ ਰਹੀ ਹੈ, ਐਮਐਸਪੀ ਦੀ ਗਾਰੰਟੀ ਹੋਵੇ, ਇਸ ਲੜਾਈ ਨੂੰ ਯੂਪੀ ਦੇ ਕਿਸਾਨ ਕਿਵੇਂ ਦੇਖਦੇ? ਬਿਲਕੁਲ ਜੀ, ਬਸ ਸੱਤ ਹੈ, ਉਹ ਸੱਤ ਵਾਸਤੇ ਲੜ ਰਹੇ ਆ, ਅਸੀਂ ਵੀ ਉਹਨਾਂ ਦੇ ਨਾਲ ਆ। ਬਿਲਕੁਲ ਇਹ ਹੋਣਾ ਚਾਹੀਦਾ। ਉਹ ਜਦ ਕਿ ਐਮਐਸਪੀ ਇੱਥੇ ਵੀ ਜਿੱਦਾਂ ਪੰਜਾਬ ਹਰਿਆਣੇ 'ਚ ਹੋ ਰਿਹਾ, ਖਰੀਦ ਹੋਣੀ ਚਾਹੀਦੀ ਹੈ, ਉਹ ਯੂਪੀ 'ਚ ਵੀ ਹੋਣੀ ਚਾਹੀਦੀ ਹੈ। ਤਾਂ ਜਿਵੇਂ ਇਹਨਾਂ ਨੇ ਕਿਹਾ ਕਿ ਪੰਜਾਬ ਹਰਿਆਣੇ ਦੀ ਤਰਜ਼ ਉੱਤੇ ਐਮਐਸਪੀ ਇੱਥੇ ਵੀ ਹੋਵੇ, ਪੰਜਾਬ ਦੇ ਸਾਡੇ ਨਾਲ ਕਿਸਾਨ ਨੇ ਤਾਂ ਇਹ ਪਹੁੰਚੇ ਨੇ ਇੱਥੇ। ਹਰਸਲਿੰਦਰ ਸਿੰਘ ਸਾਡੇ ਨਾਲ ਨੇ, ਕਿਉਂਕਿ ਇਹ ਦੁਆਬੇ ਇਲਾਕੇ ਦੇ ਪੰਜਾਬ ਤੋਂ ਬਿਲੋਂਗ ਕਰਦੇ ਨੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਵੇਂ ਅਸੀਂ ਇਹਨਾਂ ਨਾਲ ਗੱਲ ਕੀਤੀ, ਇਹਨਾਂ ਨੇ ਆਪਣਾ ਦਰਦ ਦੱਸਿਆ ਕਿ ਸਾਨੂੰ ਕੁਝ ਨਹੀਂ ਮਿਲਦਾ, ਤਾਂ ਤੁਸੀਂ ਦੱਸੋ ਇਸ ਵੇਲੇ ਝੋਨੇ ਦੇ ਸੀਜ਼ਨ 'ਚ ਤੁਹਾਨੂੰ ਐਮਐਸਪੀ ਕਿੰਨੀ ਮਿਲਦੀ ਪੰਜਾਬ? ਸਾਡੇ 1940 ਰੁਪਏ ਰੇਟ ਹੈ ਜੀ ਸਰਕਾਰ ਦਾ, ਔਰ ਸਰਕਾਰੀ ਖਰੀਦ ਤੇ ਝੋਨਾ ਜਾਂਦਾ। ਜਦੋਂ ਵਿੱਚ ਆਨਾਕਾਨੀ ਜੀ ਲੱਗੀ ਸੀ ਸਰਕਾਰ ਕਾਰਨ, ਉਦੋਂ ਸਾਨੂੰ ਫਿਰ ਧਰਨਾ ਲਾਉਣਾ ਪਿਆ, ਔਰ ਉਸੇ ਟਾਈਮ ਇਹਨਾਂ ਨੂੰ ਦੁਬਾਰਾ ਖਰੀਦ ਜਿਹੜੀ ਚਾਲੂ ਕਰਨੀ ਪਈ। ਯੂਪੀ ਦੇ ਕਿਸਾਨ ਕਹਿੰਦੇ ਨਾ ਤਾਂ ਸਾਨੂੰ ਗੰਨੇ ਦੀ ਬਕਾਇਆ ਰਾਸ਼ੀ ਮਿਲਦੀ ਹੈ, ਤੀਜੇ ਸਾਲ ਜਾ ਕੇ ਪੇਮੈਂਟ ਹੁੰਦੀ ਹੈ, ਉਦੋਂ ਤੱਕ ਕਰਜ਼ੇ ਦੀ ਭੰਡ ਭਾਰੀ ਹੋ ਜਾਂਦੀ ਹੈ। ਤਾਂ ਇਸੇ ਤਰ੍ਹਾਂ ਪੰਜਾਬ ਦੇ ਹਾਲਾਤ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕਿਉਂਕਿ ਪੰਜਾਬ ਦੇ ਵਿੱਚ ਖੇਤੀ ਕਰਨ ਵਾਲਾ ਸਭ ਤੋਂ ਵੱਧ ਸਹੀ ਦੱਸ ਸਕਦਾ ਕਿ ਗੰਨੇ ਦਾ ਮੁੱਲ, ਕਣਕ ਦਾ ਮੁੱਲ, ਝੋਨੇ ਦਾ ਮੁੱਲ, ਜਾਂ ਹੋਰ ਜਿਹੜੀਆਂ ਵੀ ਫਸਲਾਂ ਬੀਜੀਆਂ ਜਾਂਦੀਆਂ ਨੇ, ਨਰਮਾ ਕਪਾਹ ਦੀ ਬੈਲਟ ਵੀ ਹੈਗੀ ਆ ਮਾਲਵੇ ਵਾਲੇ ਪਾਸੇ, ਉਹਨਾਂ ਸਾਰਿਆਂ ਦੇ ਐਮਐਸਪੀ ਤੋਂ ਸੰਤੁਸ਼ਟ ਹੋ ਤੁਸੀਂ? ਦੇਖੋ ਜੀ, ਐਮਐਸਪੀ ਤੋਂ ਸੰਤੁਸ਼ਟ ਆ, ਪਰ ਕਿਤੇ ਕਿਤੇ ਸਰਕਾਰਾਂ ਖਰਾਬਾ ਕਰਦੀਆਂ, ਥੋੜਾ ਜਿਹਾ ਜਾਗ ਕੇ ਰਹਿਣਾ ਪੈਂਦਾ। ਮੈਂ ਯੂਪੀ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਵੀਰੋ ਜਾਗ ਕੇ ਰਿਹਾ ਕਰੋ, ਜਿੱਥੇ ਖੇਤਾਂ ਦੇ ਵਿੱਚ ਇੰਨੀ ਮਿਹਨਤ ਕਰਦੇ ਹੋ ਔਰ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦੇ ਹੋ। ਮੈਂ ਤਾਂ ਇੱਥੇ ਦਾ ਹਲਕਾ ਦਾ ਹਾਲਾਤ ਦੇਖੇ ਹੀ ਕਿ ਖੇਤਾਂ ਦੇ ਵਿੱਚ ਮੋਰਚੇ ਬਣਾਏ ਹੋਏ ਆ, ਉਹਦੇ ਉੱਪਰ ਕਿਸਾਨ ਬੈਠੇ ਹੋਏ ਆ। ਕੀ ਕਰਦੇ? ਮੈਂ ਕਿਹਾ ਵੀਰ ਜੀ ਇਹ ਤੁਸੀਂ ਕੀ ਕਰਦੇ ਹੋ ਮੋਰਚੇ 'ਤੇ ਬੈਠ ਕੇ? ਕਹਿੰਦੇ ਜੀ ਅਸੀਂ ਪਸ਼ੂਆਂ ਦੀ ਰਾਖੀ ਕਰਦੇ ਆ, ਜਿਹੜੇ ਕਿ ਮੋਦੀ ਸਰਕਾਰ ਨੇ ਗਊ ਮਤਲਬ ਕਿ ਟੈਕਸ ਵੀ ਲੈਂਦੀ ਆ, ਸਾਰਾ ਉਹ ਕਰਦੀ ਆ, ਉਹਦੀ ਜ਼ਿੰਮੇਵਾਰੀ ਕੋਈ ਨਹੀਂ, ਸਾਂਭਣ ਦਾ ਕੰਮ ਨਹੀਂ ਕਰਦੇ। ਮੈਂ ਕਿਹਾ ਸਾਂਭਣ ਦਾ ਕੋਈ ਕੰਮ ਨਹੀਂ, ਨੁਕਸਾਨ ਫੇਰ ਜ਼ਿਮੀਦਾਰ ਦਾ। ਇਹ ਟੈਕਸ ਵੀ ਅਸੀਂ ਦਈਏ ਔਰ ਉੱਪਰ ਸਾਡੀ ਫਸਲਾਂ ਦਾ ਨੁਕਸਾਨ ਵੀ ਇਹੀ ਕਰਨ, ਔਰ ਉਹਦੇ ਵਿੱਚ ਜਿਹੜੇ ਐਕਸੀਡੈਂਟ ਹੁੰਦੇ ਆ ਫਸਲਾਂ ਰੋਡਾਂ ਦੇ ਉੱਤੇ, ਜਾਨਵਰ ਜਦੋਂ ਬੈਠੇ ਆ ਬੇਸਾਬੇ। ਔਰ ਮੈਂ ਪੁੱਛਿਆ ਵੀ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਡਿਊਟੀ ਦਿੰਦੇ ਹੋ? ਕਹਿੰਦੇ ਸਵੇਰ ਨੂੰ ਅਸੀਂ 5 ਵਜੇ ਆ ਜਾਈਦਾ ਤੇ ਰਾਤ ਨੂੰ 11 ਵਜੇ ਅਸੀਂ ਖੇਤਾਂ ਵਿੱਚੋਂ ਜਾਈਦਾ, ਕਿ ਰਾਤ ਨੂੰ ਪਸ਼ੂ ਸੌਂ ਜਾਂਦੇ ਆ ਔਰ ਅਸੀਂ ਵੀ ਜਾ ਕੇ ਸੌਂ ਜਾਈਦਾ। ਉਹ ਤੋਂ ਬਾਅਦ ਸਵੇਰ ਨੂੰ ਆਣ ਕੇ ਫੇਰ ਉੱਥੇ ਮੋਰਚੇ ਦੇ ਵਿੱਚ ਬੈਠ ਜਾਈਦਾ, ਆਣ ਕੇ ਪਸ਼ੂ ਖੇਤਾਂ ਦੇ ਵਿੱਚੋਂ ਬਾਹਰ ਕੱਢੀਦੇ ਆ, ਕਦੇ ਤਾਰਾਂ ਲਾਉਂਦੇ ਆ, ਕਦੇ ਕੁਛ ਕਰਦੇ ਆ। ਮੈਂ ਕਿਹਾ ਜਿੰਨੀ ਇੱਥੇ ਦੀ ਮੁਸ਼ਕਿਲ ਖੇਤੀ ਯੂਪੀ ਦੀ ਦੇਖੀ ਆ, ਇੰਨੀ ਮੈਂ ਕਹਿੰਦਾ ਕਿਤੇ ਨਹੀਂ। ਸਰਕਾਰ ਜਿਹੜੀ ਆ ਤਾਰ ਵੀ ਕਹਿੰਦੇ ਲਾਉਣ ਤੋਂ ਮਨਾ ਕਰ ਰਹੀ, ਵੀ ਤੁਸੀਂ ਤਾਰ ਕਿਉਂ ਲਾਉਂਦੇ ਹੋ? ਪਰਚਾ ਹੋਊਗਾ ਜੇ ਤਾਰ ਤੁਸੀਂ ਲਾਉਣਾ, ਕਿ ਰਾਖੀ ਕਰਨੀ ਪੈਂਦੀ ਹੈ। ਇੱਥੇ ਨਾਲ ਹੀ ਹੈ, ਜਾ ਕੇ ਅੱਧੇ ਕਿਲੋਮੀਟਰ ਤੇ ਦੇਖ ਲਓ 4 ਚੁਫੇਰੇ ਤਾਰ ਲੱਗੀ ਹੋਈ ਹੈ। ਹੁਣ ਕਹਿੰਦੇ ਤਾਰ ਨੂੰ ਖੋਲੋ, ਜੇ ਜਾਨਵਰ ਪੱਟਰ ਹੋ ਗਿਆ ਤਾਂ ਉਹਦੇ ਤੇ ਜ਼ਿਮੀਂਦਾਰ ਉਹਦੇ ਤੇ ਪਰਚਾ ਕਰਿਆ ਜਾਊਗਾ। ਦੱਸੋ ਵੀ ਹੁਣ ਅਸੀਂ ਤਾਰ ਨਾ ਲਾਈਏ ਤਾਂ ਕੀ ਕਰੀਏ, ਕਿੱਦਾਂ ਬਚਾਵਾਂਗੇ? ਉਹ ਇਹਨਾਂ ਦੀ ਜਿਹੜੇ ਆਪਣੇ ਬਣਾਏ ਆ ਗਊਸ਼ਾਲਾ, ਉੱਥੇ ਕਿੰਨਾ ਕੋਈ ਬੰਦਾ ਨਹੀਂ ਹੈਗਾ, ਕੋਈ ਚਾਰਾ ਪੱਠਾ ਨਹੀਂ ਹੈਗਾ, ਡੰਗਰ ਰਹਿਣਗੇ ਤਾਂ ਕਾਹਦੇ ਨਾਲ ਰਹਿਣਗੇ? ਭੁੱਖੇ ਮਰਦੇ ਹੋ, ਫਿਰ ਰਾਤ ਨੂੰ ਖੋਲ ਦਿੰਦੇ ਆ। ਅਸੀਂ ਸਵੇਰੇ ਛੱਡ ਕੇ ਉਹਨੇ ਸ਼ਾਮ ਨੂੰ ਫਿਰ ਛੱਡ ਦਿੰਦੇ ਹੋ। ਉਹ ਆਪਦਾ 30 ਰੁਪਏ ਉਹਨਾਂ ਨੂੰ ਮਿਲਦੇ ਆ, ਉਹਦੀ ਖੁਰਾਕੀ ਦੱਸੋ 30 ਰੁਪਏ ਨਾਲ ਡੰਗਰ ਦਾ ਪੇਟ ਭਰਦਾ? ਉਹ ਆਪ ਦਾ ਪੇਟ ਭਰਨਗੇ ਕਿ ਡੰਗਰ ਦਾ ਪੇਟ ਭਰਨਗੇ? ਤੁਸੀਂ ਇੰਨਾ ਲੰਮਾ ਸਮਾਂ ਪਹਿਲਾਂ ਫਸਲਾਂ ਨੂੰ ਪਾਲਦੇ ਹੋ ਹਨਾ, ਆਪਣੇ ਬੱਚਿਆਂ ਦੇ ਵਾਂਗ, ਉਸ ਤੋਂ ਬਾਅਦ ਮੁੱਲ ਨਹੀਂ ਮਿਲਦਾ, ਫਿਰ ਰਾਖੀ ਵੇਲੇ ਖੱਜਲ ਖੁਆਰੀ, ਲੰਮੇ ਘੰਟੇ ਕੰਮ ਕਰਨਾ ਪੈਂਦਾ, ਫਿਰ ਵੀ ਮੁੱਲ ਕਿਉਂ ਨਹੀਂ ਪੈਂਦਾ? ਯੋਗੀ ਸਰਕਾਰ ਨੇ
ਦੇ ਕੋਲ ਤੁਸੀਂ ਕਦੇ ਫਰਿਆਦ ਕੀਤੀ ਇਸ ਗੱਲ ਦੀ? ਜੋਗੀ ਸਰਕਾਰ ਤਾਂ ਕਹਿੰਦੇ 14 ਦਿਨਾਂ 'ਚ ਗੰਨੇ ਦਾ ਪੇਮੈਂਟ ਮੈਂ ਦਵਾਂਗਾ, ਜਿੱਦਣ ਆਇਆ ਸੀਗਾ ਉਦੋਂ ਹੀ ਆਸ਼ਵਾਸਨ ਦਿੱਤਾ ਸੀਗਾ। ਦੱਸੋ ਅੱਜ ਤੱਕ 14 ਦਿਨ 14 ਮਹੀਨੇ ਹੋ ਗਏ, 14 ਮਹੀਨੇ ਦਾ 14 ਸਾਲ ਹੋ ਜਾਣਗੇ, ਬਨਵਾਸ ਕੱਟਾਂਗੇ ਅਸੀਂ। ਉਹ ਹਾਲ ਹੈ ਸਾਡਾ। ਇਹ ਤਾਂ ਕੱਲੀ ਇਹਨਾਂ ਦੀਆਂ ਕਹਿਣ ਦੀਆਂ ਲਿਫਾਫੇ ਦਿੰਦੇ ਆ, ਕਦੀ ਕੋਈ ਜ਼ਮੀਨੀ ਸਤਰ ਤੇ ਕੋਈ ਵੀ ਕੰਮ ਨਹੀਂ ਹੁੰਦਾ। ਤਾਂ ਮੈਂ ਤੁਹਾਡੇ ਤੋਂ ਜਾਣਨਾ, ਤੁਸੀਂ ਪੰਜਾਬ ਦੇ ਵਿੱਚ ਇੱਕ ਪਾਸੇ ਖੇਤੀ ਕਰਦੇ, ਇੱਕ ਪਾਸੇ ਯੂਪੀ ਦਾ ਹਾਲ ਦੇਖ ਰਹੇ ਹੋ। ਕਿਸਾਨ ਆਪਣਾ ਦਰਦ ਦੱਸ ਰਿਹਾ ਕਿ ਸਾਨੂੰ ਕਿੰਨੀਆਂ ਮੁਸ਼ਕਲਾਂ ਹੁੰਦੀਆਂ, ਤਾਂ ਤੁਸੀਂ ਸਮਝਦੇ ਕੀ ਹੋ ਪੰਜਾਬ ਦੀ ਖੇਤੀਬਾੜੀ ਨੂੰ ਲੈ ਕੇ ਔਰ ਯੂਪੀ ਦੀ ਖੇਤੀਬਾੜੀ ਨੂੰ ਲੈ ਕੇ? ਯੂਪੀ ਦੀ ਖੇਤੀ ਤੇ ਪੰਜਾਬ ਦੀ ਖੇਤੀ ਦਾ ਬਹੁਤ ਜ਼ਿਆਦਾ ਫਰਕ ਹੈ ਜੀ, ਬਹੁਤ ਜ਼ਿਆਦਾ ਜੀ। ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਹਾਂਜੀ, ਹੁਣ ਦੇਖੋ ਜੀ, ਸਾਡੇ ਉੱਥੇ ਗੰਨਾ ਵੀ ਹੁੰਦਾ, ਸਾਰੀਆਂ ਫਸਲਾਂ ਹੁੰਦੀਆਂ, ਰੇਟ ਵੀ ਪੂਰਾ ਮਿਲਦਾ ਜੀ। ਹੁਣ ਸਰਕਾਰ ਚਾਹੁੰਦੀ ਹੈ ਕਿ ਜੋ ਆਹ ਹਾਲ ਆ, ਯੂਪੀ ਦਾ ਹਾਲ ਆ, ਉਹ ਪੰਜਾਬ ਦਾ ਹੋ ਜਾਏ। ਜਿਹੜੇ ਖੇਤੀ ਕਾਨੂੰਨ ਆ ਰਹੇ ਆ, ਤੁਸੀਂ ਇਹ ਸਮਝਦੇ ਹੋ ਕਿ ਇਹ ਹਾਲ ਪੰਜਾਬ ਦਾ ਕਰਨ ਵਾਸਤੇ ਆ ਰਹੇ? ਬਿਲਕੁਲ ਜੀ, ਬਿਲਕੁਲ ਬਿਲਕੁਲ ਸਹੀ ਗੱਲ ਆ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਖਾਸ ਕਰਕੇ ਯੂਪੀ ਤੇ ਪੰਜਾਬ ਦੇ ਕਿਸਾਨਾਂ ਦੀ ਖੇਤੀਬਾੜੀ ਦਾ ਕੰਪੈਰੀਜ਼ਨ ਕਰਨ ਨੂੰ ਲੈ ਕੇ ਕਿ ਆਖਰਕਾਰ ਇਹਨਾਂ ਨੂੰ ਮੁਸ਼ਕਲਾਂ ਕੀ ਆ ਰਹੀਆਂ। ਹੋਰ ਵੀ ਸੱਜਣ ਖੜੇ ਨੇ, ਕਿਸਾਨ ਮਜ਼ਦੂਰ ਇੱਥੇ ਮੰਡੀਆਂ ਵਿੱਚ ਆਉਂਦੇ ਨੇ ਆਪਣਾ ਅਨਾਜ ਲੈ ਕੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਬਾਈ ਜੀ, ਤੁਹਾਨੂੰ ਕਿੰਨੇ ਸਾਲ ਹੋ ਗਏ ਆਪਣੇ ਖੇਤਾਂ ਨਾਲ ਮਿੱਟੀ 'ਚ ਮਿੱਟੀ ਹੁੰਦਿਆਂ ਨੂੰ? 40 ਸਾਲ ਹੋ ਗਏ ਨੇ ਜੀ। 40 ਸਾਲ ਦਾ ਤਜਰਬੇ ਦੇ ਵਿੱਚ ਤੁਹਾਨੂੰ ਸਮਝ ਕੀ ਆਉਂਦਾ ਹੈ ਤੁਹਾਡੇ ਨਾਲ ਜੋ ਹੋਣਾ ਚਾਹੀਦਾ ਸੀ ਉਹ ਹੋ ਕਿਉਂ ਨਹੀਂ ਰਿਹਾ, ਤੇ ਕਾਰਨ ਕੀ ਮੰਨਦੇ ਹੋ? ਸਮਝ ਇਹੀ ਆਉਂਦਾ ਕਿ ਬਸ ਬਾਣੀਆਂ ਕੋਲ ਲੈ ਆਈਦਾ, ਉਹ ਹੱਥ 'ਚ ਫੜਦੇ ਨੇ, ਜੋ ਰੇਟ ਲਾਣਾ ਉਹਨਾਂ ਨੇ ਲਾਤਾ, ਦੁਬਾਰਾ ਜੋ ਮੰਗਦੇ ਨੇ ਉਹਨਾਂ ਨੇ ਦੇਣਾ ਨਹੀਂ। 1200 ਰੁਪਏ ਮੇਰਾ ਅੱਜ ਝੋਨਾ ਵਿਕਿਆ ਹੈ, ਸਿਲਕੀ ਝੋਨਾ ਮੈਂ ਲਿਆ ਮੇਰਾ 1150 ਨੂੰ ਵਿਕਿਆ। ਹੁਣ ਸੁੱਕਾ ਝੋਨਾ ਸੀ ਸਿਲਕੀ ਬਿਲਕੁਲ, ਜੋ ਕਿ 1150 ਨੂੰ ਵਿਕਿਆ। ਇਸ ਤੋਂ ਵੱਧ ਕੋਈ ਮੁੱਲ ਨਹੀਂ ਮਿਲਦਾ ਨਾ ਜੀ, ਇਸ ਤੋਂ ਬਾਅਦ ਜੇ ਇਹਨੂੰ ਛੱਡ ਕੇ ਜਾਵਾਂਗੇ ਤਾਂ ਅਗਲੇ ਨੇ ਕਿਸੇ ਨੇ ਲੈਣਾ ਨਹੀਂ। ਬੰਦਾ ਡਰਦਾ ਸੋਚਦਾ ਕਿ ਚੱਲ ਇੱਥੇ ਵੇਚ ਦਈਏ, ਅੱਗੇ ਮੇਰਾ ਵਿਕੇ ਨਾ ਵਿਕੇ। ਕਿਉਂਕਿ ਗੋਦਾਮ ਆ ਜਿਹੜੇ ਸਟੋਰ ਕਰਨ ਲਈ, ਕਿਉਂਕਿ ਅਵਾਨੀਆਂ ਡਾਨੀਆਂ ਦੇ ਬਹੁਤ ਵੱਡੇ ਵੱਡੇ ਆ, ਕਿਸਾਨਾਂ ਦੇ ਤਾਂ ਹੈ ਨਹੀਂ ਇੱਥੇ ਯੂਪੀ 'ਚ, ਮੈਂ ਦੇਖੇ ਨਹੀਂ ਆ। ਗੋਦਾਮ ਕਿਸਾਨਾਂ ਦਾ ਗੋਦਾਮ ਕਿਹੜਾ ਵਿਹੜੇ ਦੇ ਵਿੱਚ ਕਿੰਨਾ ਕੁ ਢੇਰ ਲਾ ਲੇਗਾ, ਕੋਈ ਸਕਾ ਨਹੀਂ ਸਕਦਾ। ਫਸਲ ਦਾ ਵਿੱਚ ਜਾ ਕੇ ਵਹਿੰਦੇ ਨਹੀਂ। ਗਾਵਾਂ ਪਸ਼ੂਆਂ ਨੇ ਇੰਨਾ ਕੁ ਗੋਹਾ ਕਰਤਾ ਕਿ ਉਹਨਾਂ ਕੁ ਝੋਨਾ ਹੈ ਤੇ ਉਹਨਾਂ ਕੁ ਗੋਹਾ, ਬਰਾਬਰ ਹੀ ਹੈ ਸਾਰਾ ਕੁਝ। ਤੁਹਾਡਾ ਕੀ ਨਾਮ ਹੈ ਬਾਈ ਜੀ, ਕਿੱਥੋਂ ਦੇ ਰਹਿਣ ਵਾਲੇ? ਅਸੀਂ ਇੱਥੇ ਹੀ ਰਹਿਣ ਵਾਲੇ ਹਾਂ, ਸੰਪੂਰਨ ਨਗਰ ਜਗ੍ਹਾ ਕਬੀਰਗੰਜ ਖੇਤਰ ਆ ਸਾਡਾ, ਪਿਲੀਭੀਤ ਜ਼ਿਲ੍ਹਾ ਆ। ਜਿਵੇਂ ਤੁਹਾਡੇ ਸਾਥੀਆਂ ਨੇ ਦੱਸਿਆ ਕਿਸਾਨਾਂ ਨਾਲ ਕਿ ਮਿੱਟੀ ਨਾਲ ਮਿੱਟੀ ਹੁੰਦੇ ਆ, ਮੁੱਲ ਨਹੀਂ ਮਿਲ ਰਹੇ ਫਸਲਾਂ ਦੇ, ਤੁਸੀਂ ਕਾਰਨ ਕੀ ਸਮਝਦੇ ਹੋ? ਹਾਂਜੀ, ਇਹ ਗਵਰਨਮੈਂਟ ਦੀ ਕਮੀ ਹੈ ਜੀ। ਗਵਰਨਮੈਂਟ ਦੇ ਕਰਕੇ ਸਾਨੂੰ ਕੋਈ ਵੀ ਰੇਟ ਫਸਲਾਂ ਦੇ ਨਹੀਂ ਮਿਲ ਰਹੇ ਲੁਧਿਆਣੇ ਤੇ। ਤਾਂ ਜਿਹੜੇ 3 ਖੇਤੀ ਕਾਨੂੰਨ ਆ ਰਹੇ ਆ ਤੇ ਇੱਕ ਐਮਐਸਪੀ ਦੀ ਗਾਰੰਟੀ ਦੀ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ, ਤੁਸੀਂ ਇਸ ਲੜਾਈ ਨੂੰ ਕਿਵੇਂ ਵੇਖਦੇ ਹੋ? ਇਹ ਲੜਾਈ ਬਿਲਕੁਲ ਸਹੀ ਆਪਣੇ ਕਿਸਾਨ ਭਾਈ ਲੜ ਰਹੇ ਨੇ, ਬਿਲਕੁਲ ਇਹਦੇ ਸਭ ਦਾ ਸਹਿਯੋਗ ਯੂਪੀ ਵਾਲਿਆਂ ਦਾ, ਪੂਰੇ ਉੱਤਰ ਪ੍ਰਦੇਸ਼ ਦਾ, ਪੂਰੇ ਪੰਜਾਬ ਹਰਿਆਣਾ ਦਾ, ਸਾਰੇ ਜਗ੍ਹਾ ਦਾ ਜੀ, ਸਾਰਿਆਂ ਨਾਲ। ਇੱਕ ਗੱਲ ਅਕਸਰ ਕਹੀ ਜਾਂਦੀ ਬਾਈ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਿਹੜੇ ਖਾਸ ਕਰਕੇ ਇੱਕ ਜਿਹੜੀ ਘਟਨਾ ਵੀ ਵਾਪਰੀ ਲਖੀਮਪੁਰ ਦੇ ਅੰਦਰ, ਉੱਥੇ ਇੱਕ ਗੱਲ ਨੂੰ ਉਭਾਰਿਆ ਗਿਆ ਕਿ ਟੀ-ਸ਼ਰਟਾਂ ਦੇ ਉੱਤੇ ਤਸਵੀਰਾਂ ਇਸ ਤਰ੍ਹਾਂ ਦੀਆਂ ਬਣੀਆਂ ਸੀ, ਇਹ ਕੁਝ ਖਾਲਿਸਤਾਨ ਟਾਈਪ ਬੰਦੇ ਨੇ ਜਾਂ ਅੱਤਵਾਦ ਦੇ ਬੰਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਵੀ ਉਹਨਾਂ ਨੇ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਕਿ ਪੱਗ ਨੂੰ ਦੇਖ ਕੇ ਜਾਂ ਯੂਪੀ ਦੇ ਅੰਦਰ ਵੀ ਕਿਸਾਨ ਇਕੱਲੇ ਸਿੱਖ ਲੜ ਰਹੇ ਆ ਜਾਂ ਬਾਕੀ ਸਾਰੇ ਕਿਸਾਨ ਵੀ ਲੜ ਰਹੇ ਇਸ ਨੂੰ ਲੈ ਕੇ? ਨਹੀਂ ਜੀ, ਬਾਕੀ ਸਾਰੇ ਕਿਸਾਨ ਵੀ ਲੜ ਰਹੇ ਨੇ, ਲੇਕਿਨ ਜ਼ਿਆਦਾਤਰ ਸਿੱਖ ਨੇ ਕਿ ਜਿਹੜਾ ਦੂਜੇ ਵਰਗ ਦਾ ਕਿਸਾਨ ਹੈ ਉਹ ਸਾਹਮਣੇ ਨਹੀਂ ਆਉਣਾ ਚਾਹੁੰਦਾ। ਇਸ ਕਰਕੇ ਜਿਹੜੀਆਂ ਤਸਵੀਰਾਂ ਨੇ ਕਿਸਾਨ ਆਪਣੇ ਟੀ-ਸ਼ਰਟਾਂ ਦੇ ਸ਼ਰਟਾਂ ਉੱਤੇ ਬਣਾਉਂਦੇ ਨੇ, ਤੇ ਇਸ ਕਰਕੇ ਉਹਨਾਂ ਨੂੰ ਖਾਲਿਸਤਾਨ ਦਾ ਨਾਰਾ ਦਿੱਤਾ ਜਾਂਦਾ, ਕਦੇ ਕੁਝ ਕਿਹਾ ਜਾਂਦਾ। ਇਸ ਕਰਕੇ ਕਿਉਂਕਿ ਇੱਥੇ ਕਿਸਾਨ ਤਾਂ ਇਸ ਤਰ੍ਹਾਂ ਜਿਹੜਾ ਯੂਪੀ ਦਾ ਲਖੀਮਪੁਰ ਡਿਸਟ੍ਰਿਕਟ ਦਾ ਇੰਨਾ ਆਪਣੇ ਆਪ 'ਚ ਹੀ ਰੁੱਝਿਆ ਹੋਇਆ ਕਿ ਇੱਕ ਤਾਂ ਜਾਨਵਰ ਛੱਡਦੇ ਨੇ ਖੁੱਲੇ, ਇਦਾਂ ਦਾ ਕਾਨੂੰਨ ਬਣਾਤਾ ਜਾਨਵਰਾਂ ਦਾ ਕਿ ਉਹ ਆਪਣੇ ਝੋਨੇ ਨੂੰ ਜਾਂ ਫਸਲ ਨੂੰ ਨਹੀਂ ਸੰਭਾਲ ਸਕਦਾ ਜਿੰਨਾ ਜਾਨਵਰਾਂ ਨੂੰ ਸੰਭਾਲਣਾ ਪੈਂਦਾ। ਤਾਂ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਯੂਪੀ ਦੇ ਕਿਸਾਨਾਂ ਦੀ। ਲਖੀਮਪੁਰ ਜ਼ਿਲ੍ਹੇ ਦੇ ਅੰਦਰ ਇਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਗੱਲ ਹੈ ਉਹ ਸੁਣੀ ਕਿਉਂ ਨਹੀਂ ਜਾਂਦੀ, ਸਾਨੂੰ ਮੁੱਲ ਕਿਉਂ ਨਹੀਂ ਮਿਲਦਾ। ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਗਿਆ ਕਿ ਅਸੀਂ ਧਰਨੇ ਮੁਜ਼ਾਹਰਿਆਂ ਵਿੱਚ ਜਾਣ ਜੋਗੇ ਵੀ ਨਹੀਂ ਰਹੇ। ਜਾਨਵਰਾਂ ਦੀਆਂ ਰਾਖੀਆਂ ਕਰਨੀਆਂ ਪੈਂਦੀਆਂ ਨੇ ਕਿ ਜਾਨਵਰ ਸਾਡੀ ਫਸਲ ਦਾ ਨੁਕਸਾਨ ਨਾ ਕਰ ਦੇਵੇ। ਤੁਸੀਂ ਇੱਕ ਨੌਜਵਾਨ ਵੀ ਹੈਗੇ ਹੋ, ਨਾਲ ਹੀ ਪੜ੍ਹਾਈ ਦਾ ਕੰਮ ਵੀ ਹੋਣਾ ਤੁਹਾਡਾ, ਨਾਲ ਕਿਸਾਨੀ ਦਾ ਕੰਮ ਹੈ। ਤਾਂ ਸਾਰਾ ਮਾਹੌਲ ਜਿਸ ਤਰ੍ਹਾਂ ਦਾ ਬਣਾਇਆ ਜਾ ਰਿਹਾ, ਇਹ ਮਾਹੌਲ ਪੈਦਾ ਕਰਨ ਦਾ ਕਾਰਨ ਕੀ ਸਮਝਦੇ ਹੋ? ਕਿ ਇੱਕ ਪਾਸੇ ਉਹ 2 ਘਰਾਣੇ ਨੇ ਜਿਨ੍ਹਾਂ ਦਾ ਵਿਰੋਧ ਸਭ ਤੋਂ ਵੱਧ ਮੋਦੀ ਦੇ ਨਾਲ ਉਹਨਾਂ ਦੇ ਨਾਅਰੇਬਾਜ਼ੀ ਹੁੰਦੀ ਹੈ, ਉਹਨਾਂ ਦੀ ਮੁਰਦਾਬਾਦ ਕੀਤੀ ਜਾਂਦੀ ਹੈ, ਅਦਾਨੀ ਅੰਬਾਨੀ ਦੀ। ਤਾਂ ਤੁਸੀਂ ਨੌਜਵਾਨ ਹੋਣ ਦੇ ਨਾਤੇ ਵੀ ਕੀ ਸਮਝਦੇ ਹੋ, ਮਾਹੌਲ ਕਿਉਂ ਸਿਰਜਿਆ ਜਾ ਰਿਹਾ ਇਸ ਤਰ੍ਹਾਂ? ਜੀ, ਇਹਨਾਂ ਦਾ ਕਹਿਣਾ ਇਹੀ ਹੈ ਕਿ ਖੇਤੀ ਖਤਮ ਹੋਵੇ ਤੇ ਖਾਲੀ ਜਿਹੜੇ 2 ਘਰਾਣੇ ਵੱਡੇ ਆ ਉਹਨਾਂ ਦੇ ਘਰ ਭਰ ਹੋਣ, ਤੇ ਬਾਕੀ ਸਾਰੇ ਜਾਣੇ ਜੋ ਵੇਗੇ ਉਹਦੇ ਕੰਮ 'ਚ ਲੱਗਣ। ਹੋਰ ਕੀ ਆ, ਖੇਤੀ ਹੋਲਡ ਕਰਕੇ ਖਤਮ ਕਰਨਾ ਚਾਹੁੰਦੇ ਨੇ। ਜਿਵੇਂ ਇਹਨਾਂ ਨੇ ਕਿਹਾ ਕਿ ਖੇਤੀ ਖਤਮ ਕਰਨਾ ਚਾਹੁੰਦੇ ਆ, ਬਿਲਕੁਲ, ਤੇ ਇਹ ਗੱਲ ਨਾਲ ਸਹਿਮਤ ਹੋ? ਬਿਲਕੁਲ ਜੀ। ਦੇਖੋ, ਪੂਰੇ ਪੰਜਾਬ ਦੀ ਨਹੀਂ, ਪੂਰੇ ਭਾਰਤ ਦੀ ਖੇਤੀ ਜਿਹੜੀ ਆ ਉਹ ਅਵਾਨੀਆਂ ਡਾਨੀਆਂ ਦੇ ਹੱਥ 'ਚ ਪਹੁੰਚਾਉਣਾ ਚਾਹੁੰਦੇ ਆ, ਔਰ ਜਿੰਨੇ ਵੀ ਕਾਰੋਬਾਰ ਆ ਸਾਰੇ ਉਹਨਾਂ ਨੂੰ ਦੇਣੇ ਚਾਹੁੰਦੇ ਆ। ਇਸ ਕਰਕੇ ਜਦੋਂ ਵੀ ਅਸੀਂ ਅੰਦੋਲਨ ਸ਼ੁਰੂ ਕਰਦੇ ਆ, ਕਿਸਾਨ, ਮਜ਼ਦੂਰ, ਵਪਾਰੀ ਏਕਤਾ ਜਿੰਦਾਬਾਦ ਦਾ ਨਾਰਾ ਇਸੇ ਕਰਕੇ ਲਾਉਂਦੇ ਆ ਕਿ ਨਾ ਤਾਂ ਨਹੀਂ ਕੋਈ ਵਪਾਰੀ ਛੱਡਿਆ, ਨਾ ਕੋਈ ਮਜ਼ਦੂਰ, ਤਾਂ ਨਾ ਕੋਈ ਕਿਸਾਨ। ਇਸ ਕਰਕੇ ਸਾਰਿਆਂ ਨੂੰ ਮਸਲ ਕੇ ਔਰ ਇੱਕ 2-4 ਘਰਾਣਿਆਂ ਨੂੰ
ਸਾਰਾ ਕੁਝ ਸਾਰਾ ਪੂਰਾ ਦੇਸ਼ ਦਾ ਦੇਸ਼ ਹਵਾਲੇ ਕਰਨਾ ਚਾਹੁੰਦੇ ਆ। ਜੋ ਅਸੀਂ ਯੂਪੀ ਦੇ ਹਾਲਾਤ ਦੇਖੇ ਆ, ਅਸੀਂ 3 ਤਰੀਕ ਤੋਂ ਚੱਲੇ ਸੀਗੇ, 4 ਤਰੀਕ ਨੂੰ ਇੱਥੇ ਪਹੁੰਚੇ ਆ। ਜਿਹੜੇ ਸ਼ਹੀਦ ਪਰਿਵਾਰ ਦੇ ਵਿੱਚੋਂ ਮੁੰਡੇ ਹੋ ਗਏ ਔਰ ਉਹਨਾਂ ਦੇ ਘਰਾਂ 'ਚ ਗਏ, ਉਹਨਾਂ ਦਾ ਦੁੱਖ ਸਾਂਝਾ ਕੀਤਾ। ਉਸ ਤੋਂ ਬਾਅਦ ਵਿੱਚ ਇੱਥੇ ਜੋ ਦਿੱਲੀ ਦੇ ਯੂਪੀ ਦੇ ਹਾਲਾਤ ਦੇਖੇ ਆ ਔਰ ਬਹੁਤ ਕਿਸਾਨ ਜਿਹੜਾ ਆ ਮੁਸ਼ਕਲ ਦੇ ਵਿੱਚ ਜੀ ਰਿਹਾ। ਅਸੀਂ ਉੱਥੇ ਕਹਿੰਦੇ ਹੁੰਦੇ ਵੀ ਸਾਡੇ ਯੂਪੀ 'ਚ ਸਰਦਾਰ 150-150, 200, 500 ਖੇਤ ਦੇ ਮਾਲਕ ਹੋਣਗੇ ਵੀ ਬੜੇ ਸੌਖੇ ਹੋਣਗੇ, ਪਰ ਭਰਾਵੋ ਜੇ ਗੰਨਾ ਬੀਜਦੇ ਆ, ਮੈਂ ਜਿਹੜੇ ਦੇਖਿਆ ਇੱਥੇ ਜੋ ਹਾਲਾਤ ਆ, ਪਾਣੀ ਦੇ ਨਾਲ ਗੰਨਾ ਮਰ ਗਿਆ। 100 ਕੁਆਂਟਲ ਬੜੀ ਮੁਸ਼ਕਲ 1 ਏਕੜ ਦੇ ਵਿੱਚੋਂ ਝੋਨਾ ਗੰਨਾ ਜਿਹੜਾ ਨਿਕਲੂਗਾ 1 ਏਕੜ ਚੋਂ, ਤਾਂ ਜਿਹਦੇ ਉਹਦੇ ਵੀ ਪੈਸੇ 3 ਸਾਲ ਬਾਅਦ ਮਿਲਣੇ ਆ। ਅੱਜ ਗੰਨਾ ਬੀਜਿਆ, ਸਾਲ ਉਹਨੂੰ ਸਾਂਭਣ ਨੂੰ ਲੱਗ ਗਿਆ, 365 ਦਿਨ ਉਹਦੀ ਰਾਖੀ ਕਰਨੀ ਪਈ, ਮੋਰਚਾ ਬਣਾ ਕੇ ਖੇਤਾਂ ਦੇ ਵਿੱਚ ਰਹਿਣਾ ਪਿਆ ਔਰ ਪਸ਼ੂਆਂ ਤੋਂ ਡੰਗਰਾਂ ਤੋਂ ਬਚਾਉਣਾ ਪਿਆ, ਜਾਨਵਰਾਂ ਤੋਂ ਬਚਾਉਣਾ ਪਿਆ। ਸਵੇਰ ਦੇ 5 ਵਜੇ ਆਣ ਕੇ ਮੋਰਚੇ 'ਚ ਬੈਠ ਜਾਣਾ, ਇੱਕ ਜੀ ਨੇ ਘਰ ਦੇ ਨੇ। ਉਸ ਤੋਂ ਬਾਅਦ ਰਾਤ ਨੂੰ 11 ਵਜੇ ਘਰ ਨੂੰ ਜਾਣਾ ਜੰਗਲਾਂ ਦੇ ਵਿੱਚ ਦੀ। ਉਹ ਭਰਾਵੋ ਬਹੁਤ ਮੁਸ਼ਕਲਾਂ ਇੱਥੇ ਦੀਆਂ ਔਰ ਕਿਸ ਤਰ੍ਹਾਂ ਉਹ ਸਾਹਮਣਾ ਕਰ ਰਹੇ ਆ, ਤਾਂ ਸਰਕਾਰਾਂ ਇਹਨਾਂ ਨਾਲ ਕਿੰਨਾ ਧੱਕਾ ਕਰ ਰਹੀਆਂ ਔਰ ਬਹੁਤ ਮੁਸ਼ਕਲ ਹੈ ਜੀ। ਜਿਵੇਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਗਰਾਊਂਡ ਜ਼ੀਰੋ ਤੋਂ ਕਿ ਯੂਪੀ ਦੀਆਂ ਅਨਾਜ ਮੰਡੀਆਂ ਦਾ ਕੀ ਹਾਲ ਹੈ। ਮੇਰਾ ਇੱਕ ਆਖਰੀ ਸਵਾਲ ਯੂਪੀ ਦੇ ਕਿਸਾਨਾਂ ਤੋਂ, ਇੱਕ ਪਾਸੇ ਰਹੀ ਕਿ ਪ੍ਰਾਈਵੇਟ ਮੰਡੀਆਂ ਦੀ ਖੱਜਲ ਖੁਆਰੀ ਬਹੁਤ ਜ਼ਿਆਦਾ ਹੈ ਪੰਜਾਬ ਹਰਿਆਣੇ ਦੇ ਮੁਕਾਬਲੇ। ਸਰਕਾਰੀ ਖਰੀਦ ਬਾਰੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਕਿੰਨਾ ਮੁੱਲ ਤੈਅ ਕੀਤਾ ਹੋਇਆ, ਕਿ ਅੱਜ ਤੱਕ ਮਿਲੀ ਵੀ ਹੈ ਸਰਕਾਰੀ ਖਰੀਦ ਦਾ ਮੁੱਲ ਮਿਲਿਆ? ਇਹ ਕੁਛ ਨਹੀਂ ਜੀ, ਇਹ ਖਾਲੀ ਬੈਨਰ ਲੱਗੇ ਹੋਏ ਆ। 1 ਤਰੀਕ ਤੋਂ ਬੈਨਰ ਲੱਗੇ ਸੀ ਇੱਥੇ ਔਰ ਲੇਖਪਾਲ ਆ ਕੇ ਸਤਿਆਪਨ ਕਰ ਗਏ ਵੀ ਠੀਕ ਹੈ 7 ਕੰਡੇ ਮੰਡੀ 'ਚ ਚੱਲਣਗੇ। ਉਹ 7 ਹੀ ਕੰਡੇ ਹੁਣ ਮੈਂ ਪੁੱਛ ਕੇ ਆਇਆ ਉਹਨਾਂ ਨੂੰ, FCI ਵਾਲਿਆਂ ਨੂੰ, ਉਹ ਇਹ ਗੱਲ ਕਹਿ ਰਿਹਾ ਕਿ ਟੈਂਡਰ ਹੋਇਆ ਸੀ, ਉਹ ਟੈਂਡਰ ਕੈਂਸਲ ਹੋ ਗਿਆ। ਹੁਣ ਦੁਬਾਰੇ ਟੈਂਡਰ ਹੋਊਗਾ, ਟੈਂਡਰ ਆਨਲਾਈਨ ਹੋਊਗਾ। ਉਹਦਾ ਪ੍ਰੋਸੀਜਰ ਕਿੰਨੇ ਦਿਨ ਚੱਲਦਾ ਹੈ, 10 ਦਿਨ ਚੱਲਦਾ, 15 ਦਿਨ ਚੱਲਦਾ, ਇਹ ਕੋਈ ਪਤਾ ਨਹੀਂ ਹੈਗਾ। ਜਦੋਂ 15 ਦਿਨ ਤੱਕ ਖਰੀਦ ਹੀ ਨਹੀਂ ਆਊਗੀ ਤਾਂ ਸਾਡਾ ਧਾਨ ਕਿੱਥੇ ਜਾਊਗਾ? ਕੀ ਕਰਾਂਗੇ? ਮਜਬੂਰੀ ਵੇਚਣ ਦੀ ਬਜਾਏ ਮਜਬੂਰੀ ਬਣ ਜਾਣੀ ਹੈ। ਮਜਬੂਰੀ ਹੈ ਪ੍ਰਾਈਵੇਟ। ਇਹ ਹਰ ਸਾਲ ਦਾ ਕੰਮ ਹੈ, ਇਹ ਐਤਕੀ ਨਹੀਂ, ਇਹ ਹਰ ਸਾਲ ਇਹੀ ਹੁੰਦਾ ਹੈ। ਦੂਜੀ ਗੱਲ ਰਹੇਗੀ, ਆਹ ਦੇਖੋ ਜੋ ਮੰਡੀਆਂ ਨੇ, ਇਹਨੂੰ 40 ਸਾਲ ਮੰਡੀ ਬਣੀ ਨੂੰ ਹੋ ਗਿਆ। ਇਹਦੀ ਰਿਪੇਅਰ ਜੋ ਰੰਗ ਰੋਗਨ ਹੋਇਆ ਇਸ ਸਾਲ ਹੋਇਆ, ਨਾ ਕਿ ਇਹ ਸਰਕਾਰੀ ਇਹੀ ਪ੍ਰਾਈਵੇਟ ਕਰਨਗੇ। ਇਹਨਾਂ ਮੰਡੀਆਂ ਨੂੰ ਹੀ ਪ੍ਰਾਈਵੇਟ ਦੇਣਗੇ। ਇਹਨਾਂ ਨੂੰ ਕਿ ਜਿਹੜੇ ਅਸੀਂ ਇਸ ਅਨਾਜ ਮੰਡੀ 'ਚ ਖੜੇ ਆ, ਇਹ ਯੂਪੀ ਸਰਕਾਰ ਦੀ ਜ਼ਮੀਨ ਜ਼ਰੂਰ ਹੈ, ਪਰ ਕਿਸਾਨਾਂ ਨੂੰ ਡਰ ਹੈ, ਇਸ ਗੱਲ ਦੀ ਚਿੰਤਾ ਹੈ ਕਿ ਹੌਲੀ ਹੌਲੀ ਥਾਂ ਵੀ ਵਿਕ ਜਾਣੀ ਹੈ, ਪ੍ਰਾਈਵੇਟ ਕਰ ਦਿੱਤੀ ਜਾਵੇਗੀ। ਅਸੀਂ ਇੱਕ ਆਖਰੀ ਸਵਾਲ ਇਸ ਪਾਸੇ ਲਿਆ, ਤਾਂ ਇਸ ਜਵਾਬ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ? ਭਾਜੀ ਮੈਂ ਇਹਨਾਂ ਨੂੰ ਕਿਸਾਨਾਂ ਨੂੰ ਪੁੱਛਣਾ ਚਾਹੁੰਦਾ, ਯੂਪੀ ਦਿਆਂ ਨੂੰ, ਅਗਰ ਜੇ ਸਰਕਾਰੀ ਖਰੀਦ ਭਾਈ ਸਾਹਿਬ ਸ਼ੁਰੂ ਹੁੰਦੀ ਹੈ ਤੁਹਾਡੀ, ਤਾਂ ਤੁਹਾਡੇ ਕੋਲ ਕਿਹੜਾ ਪੇਪਰ ਵਰਕ ਮੰਗਿਆ ਜਾਂਦਾ? ਤੁਹਾਡੇ ਕੋਲ ਕਿਹੜੇ ਡਾਕੂਮੈਂਟ ਮੰਗੇ ਜਾਂਦੇ ਆ? ਸਾਡੇ ਤੋਂ ਜ਼ਮੀਨ ਦੇ ਕਾਗਜ਼ ਮੰਗੇ ਜਾਂਦੇ ਆ, ਆਧਾਰ ਕਾਰਡ ਵਗੈਰਾ। ਹੋਰ ਪਟਵਾਰੀ ਆਉਂਦੇ ਨੇ, ਉਹ ਸਤਿਆਪਨ ਕਰਦੇ ਆ, ਦੇਖਦੇ ਆ ਕਿ ਜ਼ਮੀਨ ਤੇ ਕਿੱਥੇ ਝੋਨਾ ਲੱਗਾ, ਕਿੱਥੇ ਗੰਨਾ ਲੱਗਾ ਆ, ਸਾਰਾ ਚੈੱਕ ਕਰਦੇ ਨੇ। ਉਸ ਤੋਂ ਬਾਅਦ SDM ਉਹਨੂੰ ਸਤਿਆਪਨ ਕਰਦਾ ਆ। ਫਿਰ ਇੱਥੇ ਆਉਂਦੇ ਆ ਅਸੀਂ, ਇੱਥੇ ਆ ਕੇ ਟੋਕਨ ਹੁੰਦਾ ਇੱਕ, ਫਿਰ ਉਸ ਤੋਂ ਬਾਅਦ ਟਰਾਲੀ ਆਉਂਦੀ ਆ। ਪਿਛਲੇ ਸਾਲ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਟੋਕਨ ਕਰਾ ਕੇ ਉਸ ਤੋਂ ਬਾਅਦ ਚ ਅਸੀਂ ਟਰਾਲੀਆਂ ਲੈ ਕੇ ਆ ਗਏ ਮੰਡੀ 'ਚ। ਕਿ ਚਲੋ ਪਿਛਲੇ ਸਾਲ ਥੋੜਾ ਸੀਗਾ ਕਿ ਅਸੀਂ ਐਤਕੀ ਤੁਲੋਨੇ ਆ, ਜੋਸ਼ ਸੀਗਾ ਲੋਕਾਂ 'ਚ ਅੰਦੋਲਨ ਦੇ ਕਰਕੇ। ਅਸੀਂ ਕਰੀਬ 1.5 ਮਹੀਨਾ ਟਰਾਲੀ ਮੰਡੀ 'ਚ ਸਾਡੀ ਖੜੀ ਰਹੀ, ਝੋਨਾ ਭਰਿਆ ਹੋਇਆ। 1.5 ਮਹੀਨੇ ਬਾਅਦ ਚ ਸਾਡਾ ਨੰਬਰ ਆਇਆ। ਜਿੱਦਣ ਨੰਬਰ ਆਇਆ ਤੇ ਉਦਣ ਉਹਨਾਂ ਨੇ ਚੱਕ ਕੇ ਉਹਦਾ ਮਾਨਕ ਕੱਢਿਆ ਤੇ ਕਹਿੰਦੇ ਮਾਨਕ ਤੋਂ ਬਾਹਰ ਹੋ ਗਿਆ, ਲਾਲ ਹੋ ਗਿਆ ਝੋਨਾ, ਇਹ ਨਹੀਂ ਵਿਕ ਸਕਦਾ, ਇੱਥੋਂ ਵਾਪਸ ਲੈ ਜਾਓ। 1.5 ਮਹੀਨੇ ਬਾਅਦ ਟਰਾਲੀਆਂ ਸਾਡੀਆਂ ਵਾਪਸ ਗਈਆਂ। ਫਿਰ ਅਸੀਂ ਬਾਹਰ ਜਾ ਕੇ 1100 ਨੂੰ ਝੋਨਾ ਵੇਚਿਆ। ਉਹੀ ਇਹ ਹਾਲਾਤ ਨੇ ਸਾਡੇ। ਇਹ ਆਪਣੇ ਕਿਹੜੀ ਵੈਰਾਈਟੀ ਹੈਗੀ? PR13 ਜੀ। ਹਾਂਜੀ, ਹਾਲੇ ਤੱਕ 320 ਕਰੋੜ ਰੁਪਈਆ ਜਿਹੜਾ ਬਕਾਇਆ ਹੈ, ਹਾਲੇ ਤੱਕ ਉੱਪਰਲਾ ਪੈਸਾ ਕੁੱਲ ਦਿੱਤਾ ਗਿਆ 45-65 ਕਰੋੜ ਜੋ ਵੀ ਬਣਦਾ ਆ। ਹੋਰ ਕਿਸਾਨਾਂ ਨੂੰ ਹਾਲੇ ਤੱਕ ਕੋਈ ਪੈਸਾ ਨਹੀਂ ਦਿੱਤਾ ਗਿਆ। ਹਜੇ ਤੱਕ ਗਾਂ ਸੀਜ਼ਨ ਸਟਾਰਟ ਹੋਣ ਲੱਗਾ ਆ, ਕਰੀਬ 7 ਨਵੰਬਰ ਨੂੰ ਫੈਕਟਰੀ ਸਟਾਰਟ ਹੋ ਜਾਏਗੀ। ਸਾਰਾ ਪਿਛਲਾ ਪਿਆ ਹੋਇਆ ਪੇਮੈਂਟ ਹਾਲੇ ਤੱਕ। ਤਾਂ ਪੰਜਾਬ ਦੇ ਕਿਸਾਨਾਂ ਨੇ ਕੁਝ ਆਪਣੇ ਸਵਾਲ ਵੀ ਯੂਪੀ ਦੇ ਕਿਸਾਨਾਂ ਅੱਗੇ ਰੱਖੇ ਕਿ ਇਸ ਤਰ੍ਹਾਂ ਦਾ ਹਾਲ ਕਿਉਂ ਹੈ, ਕਿਹੜੀ ਫਸਲ ਨੂੰ ਸਰਕਾਰੀ ਤੌਰ ਤੇ ਖਰੀਦਿਆ ਜਾਂਦਾ ਹੈ, ਕਿਹੜੀ ਨੂੰ ਨਹੀਂ ਖਰੀਦਿਆ ਜਾਂਦਾ। ਤਾਂ ਤੁਸੀਂ ਇਸ ਰਿਪੋਰਟ ਦੇ ਅੰਦਰ ਜਾਣਨ ਦੀ ਕੋਸ਼ਿਸ਼ ਕੀਤੀ ਹੋਣੀ ਹੈ। ਸਾਨੂੰ ਉਮੀਦ ਹੈ ਕਿ ਤੁਹਾਡੇ ਤੱਕ ਸਹੀ ਜਾਣਕਾਰੀ ਪੁੱਜੀ ਹੈ ਕਿ ਯੂਪੀ ਦੇ ਕਿਸਾਨਾਂ ਦਾ ਇੰਨਾ ਮੰਦਾ ਹਾਲ ਕਿਉਂ ਹੈ, ਆਖਰਕਾਰ ਇਹਨਾਂ ਦੇ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ। ਅਸੀਂ ਅੱਗੇ ਚੱਲਦੇ ਹਾਂ, ਸਰਕਾਰੀ ਮੰਡੀ ਦਾ ਹਾਲ ਵੀ ਦਿਖਾਵਾਂਗੇ। ਫਿਲਹਾਲ ਇਸ ਰਿਪੋਰਟ ਦੇ ਵਿੱਚ ਗਰਾਊਂਡ ਜ਼ੀਰੋ ਦੇ ਵਿੱਚ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰਾਈਵੇਟ ਮੰਡੀਆਂ ਦੇ ਵਿੱਚ ਇਸ ਤਰ੍ਹਾਂ ਦਾ ਹਾਲ ਕਿਉਂ ਕੀਤਾ ਗਿਆ, ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਸਾਥੀ ਕੈਮਰਾਮੈਨ ਗੁਰਵਿੰਦਰ ਸਿੰਘ ਦੇ ਨਾਲ ਸੰਦੀਪ ਲਾਦੂਕਾ, द समर न्यूज़ यूपी। लेट मी टेल यू फ्रीडम क्या है। फ्रीडम अधूरी नींद से, फ्रीडम शोल्डर और कमर के दर्द से, फ्रीडम सुबह के चिड़चिड़ेपन से। हमें पता है 8 घंटों की सुकून वाली नींद कितनी जरूरी है। अब अपने ही घर में किसी 5 स्टार होटल के लग्जूरियस मैट्रेस पर आने वाली शानदार नींद के लिए चुने फ्रीडम मैट्रेस। कंफर्टेबल, लॉन्ग लास्टिंग, वैल्यू फॉर मनी और लाइफ टाइम वारंटी के साथ नेक्स्ट जनरेशन मैट्रेस फ्रीडम मैट्रेस।